ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖੋ ਆਪਾਂ ਅੱਜ ਰਾਜੇ ਹਰੀ ਚੰਦ ਦੇ ਇਤਿਹਾਸ ਦੇ ਨਾਲ ਸਾਂਝ ਪਾਈਏ। ਰਾਜਾ ਹਰੀ ਚੰਦ ਜਿਹੜਾ ਬਹੁਤ ਕਿ ਧਰਮੀ ਰਾਜਾ ਸੀ, ਜਿਨਨੇ ਬਹੁਤ ਧਰਮ ਕਮਾਉਣਾ, ਗਰੀਬ ਗੁਰਬੇ ਦੀ ਸਹਾਇਤਾ ਕਰਨੀ, ਗਰੀਬ ਗੁਰਬੇ ਦੀ ਔਖੀ ਸੌਖੀ ਵੇਲੇ ਬਾਂਹ ਫੜਨੀ, ਬਹੁਤ ਹੀ ਦਾਨ ਪੁੰਨ ਕਰਨਾ। ਰਾਜੇ ਹਰੀ ਚੰਦ ਦਾ ਸੰਗਤਾਂ ਬਹੁਤ ਜਸ ਗਾਉਂਦੀਆਂ ਨੇ। ਉਸ ਸਮੇਂ ਗੁਰਮੁਖੋ ਇੰਦਰਾਪੁਰੀ ਦੇ ਵਿੱਚੋਂ ਰਾਜੇ ਇੰਦਰ ਨੇ ਨਾਰਦ ਮੁਨੀ ਜੀ ਨੂੰ ਇਸ ਮਾਤ ਲੋਕ 'ਤੇ ਭੇਜਿਆ ਕਿ ਤੂੰ ਉੱਥੇ ਜਾ ਕੇ ਦੇਖ ਕੇ ਆ ਕਿ ਉੱਥੇ ਕੋਈ ਪੁੰਨ ਦਾਨ ਕਰਨ ਵਾਲਾ ਕੋਈ ਮਹਾਂਪੁਰਸ਼ ਹੈ। ਇੱਥੇ ਜਦੋਂ ਮਾਤ ਲੋਕਾਂ ਦੇ ਵਿੱਚ ਨਾਰਦ ਮੁਨੀ ਜੀ ਆਏ ਨੇ ਅਤੇ ਨਾਰਦ ਮੁਨੀ ਜੀ ਨੇ ਕੀ ਦੇਖਿਆ, ਨਾਰਦ ਮੁਨੀ ਜੀ ਰਾਜੇ ਹਰੀ ਚੰਦ ਨੂੰ ਮਿਲੇ ਨੇ। ਹਰੀ ਚੰਦ ਰਾਜੇ ਨੂੰ ਮਿਲ ਕੇ ਦੇਖਿਆ ਵੀ ਹਰੀ ਚੰਦ ਰਾਜੇ ਦਾ ਬਹੁਤ ਹੀ ਸੰਗਤਾਂ ਜਸ ਗਾਉਂਦੀਆਂ ਨੇ। ਨਾਰਦ ਮੁਨੀ ਜੀ ਜਦ ਇਲਾਕੇ ਦੇ ਵਿੱਚ ਫਿਰੇ, ਉਸ ਇਲਾਕੇ ਦੀਆਂ ਸੰਗਤਾਂ ਨੇ ਰਾਜੇ ਹਰੀ ਚੰਦ ਦਾ ਬਹੁਤ ਜਸ ਗਾਉਣਾ, ਕਿਉਂਕਿ ਗੁਰਮੁਖੋ ਰਾਜਾ ਚੰਗਾ ਹੋਵੇ ਅਤੇ ਉਹਨੂੰ ਫਿਰ ਸਾਰਾ ਸੰਸਾਰ ਚੰਗਾ ਆਂਦਾ ਹੈ। ਕਿਉਂਕਿ ਜੇ ਦੇਸ਼ ਦੀ ਵਾੜ ਚੰਗੀ ਹੋਵੇ ਅਤੇ ਗੁਰਮੁਖੋ ਫਿਰ ਉਹ ਜ਼ਮੀਨ ਬਚ ਜਾਂਦੀ ਹੈ, ਅਤੇ ਜੇ ਵਾੜ ਮਾੜੀ ਹੋਵੇ ਤਾਂ ਗੁਰਮੁਖੋ ਫਸਲ ਉੱਜੜ ਜਾਂਦੀ ਹੈ। ਕਿਉਂਕਿ ਦੇਸ਼ ਦਾ ਰਾਜਾ ਚੰਗਾ ਹੋਵੇ ਅਤੇ ਪ੍ਰਜਾ ਸੁਖੀ ਵਸਦੀ ਹੈ, ਪ੍ਰਜਾ ਜਸ ਗਾਉਂਦੀ ਹੈ। ਜੇ ਰਾਜਾ ਮਾੜਾ ਹੋਵੇ ਤਾਂ ਗੁਰਮੁਖੋ ਪ੍ਰਜਾ ਔਖੀ ਹੋ ਜਾਂਦੀ ਹੈ। ਰਾਜਾ ਹਰੀ ਚੰਦ ਜਿਹੜਾ ਬਹੁਤ ਹੀ ਧਰਮੀ ਰਾਜਾ ਅਤੇ ਬਹੁਤ ਦਾਨੀ ਰਾਜਾ ਹੋਇਆ ਹੈ। ਉਸ ਸਮੇਂ ਨਾਰਦ ਮੁਨੀ ਜੀ ਇਹਨਾਂ ਨੇ ਜਾ ਕੇ ਗੁਰਮੁਖੋ ਇੰਦਰਾਪੁਰੀ ਦੇ ਵਿੱਚ ਰਾਜੇ ਇੰਦਰ ਨੂੰ ਦੱਸਿਆ। ਕਹਿੰਦੇ ਨੇ ਉੱਥੇ ਇੱਕ ਹਰੀ ਚੰਦ ਰਾਜਾ ਹੈ, ਜਿਹੜਾ ਬਹੁਤ ਧਰਮੀ ਰਾਜਾ ਹੈ, ਬਹੁਤ ਪ੍ਰਜਾ ਸੁਖੀ ਵਸ ਰਹੀ ਹੈ, ਬਹੁਤ ਜ਼ਿਆਦਾ ਦਾਨੀ ਹੈ, ਬਹੁਤ ਹੀ ਦਾਨ ਪੁੰਨ ਕਰਦਾ ਹੈ। ਇੰਦਰ ਇਸ ਗੱਲ ਦੇ ਉੱਤੇ ਗੁਰਮੁਖੋ ਬਹੁਤ ਔਖਾ ਹੋ ਗਿਆ ਕਿ ਜੇ ਉਹ ਬਹੁਤ ਧਰਮੀ ਹੈ, ਬਹੁਤ ਪੁੰਨ ਦਾਨ ਕਰਦਾ ਹੈ, ਉਹ ਇੱਕ ਦਿਨ ਇੰਦਰਾਪੁਰੀ ਦੇ ਵਿੱਚ ਆਣ ਕੇ ਮੇਰੀ ਗੱਦੀ ਦਾ ਮਾਲਕ ਬਣ ਜਾਊਗਾ। ਰਾਜੇ ਇੰਦਰ ਨੂੰ ਇਹ ਫਿਕਰ ਪੈ ਗਿਆ। ਉਸ ਸਮੇਂ ਗੁਰਮੁਖੋ ਰਾਜੇ ਹਰੀ ਚੰਦ ਦੀ ਸ਼ਾਦੀ ਤਾਰਾ ਰਾਣੀ ਦੇ ਨਾਲ ਹੋ ਗਈ। ਤਾਰਾ ਰਾਣੀ ਵੀ ਰੱਬ ਦੀ ਬਹੁਤ ਵੱਡੀ ਭਗਤਣੀ ਸੀ, ਬੜਾ ਭਜਨ ਸਿਮਰਨ ਕਰਨਾ। ਤਾਰਾ ਰਾਣੀ ਜਦ ਵਿਆਹੀ ਆਈ, ਤਾਰਾ ਰਾਣੀ ਨੇ ਮਹਿਲਾਂ ਦੇ ਵਿੱਚ ਭਜਨ ਸਿਮਰਨ ਕਰਨਾ। ਉਸ ਸਮੇਂ ਗੁਰਮੁਖੋ ਮਹਿਲਾਂ ਦੇ ਲਾਗੇ ਬੰਨੇ ਕੋਈ ਸਾਧੂ ਨਹੀਂ ਸੀ, ਕਿਤੇ ਸਤਸੰਗ ਨਾ ਹੋਣਾ, ਅਤੇ ਰਾਣੀ ਨੇ ਦੇਖਣਾ ਕਿ ਕਿਤੇ ਸਤਸੰਗ ਹੋਵੇ ਅਤੇ ਮੈਂ ਸੰਗਤਾਂ ਦੇ ਦਰਸ਼ਨ ਕਰਾਂ। ਉਸ ਸਮੇਂ ਗੁਰਮੁਖੋ ਕਰਦਿਆਂ ਕਿਉਂਕਿ ਜਿਹੜੀ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਸੱਚੇ ਮਨ ਨਾਲ ਆਪਾਂ ਮਹਾਰਾਜ ਦੇ ਘਰ ਅਰਦਾਸ ਕਰੀਏ, ਗੁਰਮੁਖੋ ਉਹ ਮੰਗ ਪੂਰੀ ਹੋ ਜਾਂਦੀ ਹੈ। ਤਾਰਾ ਰਾਣੀ ਪਰਮਾਤਮਾ ਦਾ ਸਿਮਰਨ ਕਰਦੀ ਸੀ। ਤਾਰਾ ਰਾਣੀ ਨੇ ਜਦ ਸੋਚਿਆ ਕਿ ਕਿਤੇ ਸਾਧੂਆਂ ਦੀ ਸੰਗਤ ਮਿਲੇ ਅਤੇ ਸੰਗਤ ਕਰਾਂ, ਉਹ ਸਮੇਂ ਗੁਰਮੁਖੋ ਮਹਿਲਾਂ ਤੋਂ ਦੂਰ ਕਿਤੇ ਸਾਧੂਆਂ ਦੀ ਮੰਡਲੀ ਆਈ। ਸਾਧੂਆਂ ਨੇ ਸਤਸੰਗ ਕਰਨਾ। ਤਾਰਾ ਰਾਣੀ ਦੇ ਕੰਨੀ ਆਵਾਜ਼ ਪਈ। ਤਾਰਾ ਰਾਣੀ ਨੇ ਜਦ ਦੇਖਿਆ ਕਿ ਇੱਥੇ ਸਾਧੂਆਂ ਦੀ ਮੰਡਲੀ ਆਈ ਹੋਈ ਹੈ, ਸਾਧੂਆਂ ਦੀ ਸੰਗਤ ਕਰਨੀ ਚੰਗੀ ਹੁੰਦੀ ਹੈ, ਇਹਨੇ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਭਜਨ ਸਿਮਰਨ ਕਰਨਾ, ਭਗਤੀ ਵਾਲੇ ਬਸਤਰ ਪਾਉਣੇ। ਇਹਨੇ ਗੁਰਮੁਖੋ ਰਾਜੇ ਨੂੰ ਸੁੱਤਿਆਂ ਛੱਡ ਕੇ ਅਤੇ ਸਤਸੰਗ ਦੇ ਅੰਮ੍ਰਿਤ ਵੇਲੇ ਦਰਸ਼ਨ ਕਰਨੇ, ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ। ਉਸ ਸਮੇਂ ਰਾਜੇ ਨੇ ਉੱਠ ਕੇ ਇੱਕ ਦਿਨ ਦੇਖਿਆ। ਰਾਜਾ ਹਰੀ ਚੰਦ ਕੀ ਦੇਖਦਾ, ਕਹਿੰਦਾ ਵੀ ਰਾਣੀ ਘਰ ਨਹੀਂ ਹੈ, ਇਹ ਤਾਰਾ ਰਾਣੀ ਚਲੇ ਕਿੱਧਰ ਗਈ। ਇਹਨੇ ਆਪਣੇ ਸਿਕਿਉਰਟੀ ਵਾਲਿਆਂ ਨੂੰ ਜਿੰਨੇ ਵੀ ਹੈ ਸੀ ਸਾਰਿਆਂ ਨੂੰ ਪੁੱਛਿਆ ਕਿ ਅੱਜ ਰਾਣੀ ਕਿੱਥੇ ਚਲੇ ਗਈ ਹੈ, ਤੁਸੀਂ ਦੇਖਿਆ ਨਹੀਂ ਹੈ। ਅਤੇ ਸਿਕਿਉਰਟੀ ਵਾਲੇ ਸਾਰੇ ਹੀ ਜਿੰਨੇ ਵੀ ਵਜ਼ੀਰ ਸੀਗੇ, ਸਿਕਿਉਰਟੀ ਵਾਲੇ ਸਾਰੇ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਕਿਉਂਕਿ ਪਰਮਾਤਮਾ ਨੇ ਇਹੋ ਜਿਹਾ ਹਿਸਾਬ ਕਿਤਾਬ ਬਣਾਉਣਾ ਕਿ ਸਾਰਿਆਂ ਨੂੰ ਉਸ ਸਮੇਂ ਨੀਂਦ ਆ ਜਾਣੀ ਅਤੇ ਰਾਣੀ ਨੇ ਗੁਰਮੁਖੋ ਚਲੀ ਜਾਣਾ। ਰਾਜਾ ਕੋਈ ਸ਼ੰਕਾ ਕਰ ਬੈਠਾ ਕਿ ਇਹ ਰਾਣੀ ਕਿੱਥੇ ਜਾਂਦੀ ਆ, ਇਹ ਰਾਣੀ ਮੇਰੇ ਤੋਂ ਚੋਰੀ ਜਾਂਦੀ ਹੈ। ਉਸ ਸਮੇਂ ਗੁਰਮੁਖੋ ਰਾਣੀ ਨੇ ਤਾਂ ਰੋਜ਼ ਦਾ ਨੇਮ ਬਣਾ ਲਿਆ। ਇੱਕ ਦਿਨ ਰਾਜਾ ਹਰੀ ਚੰਦ ਇਹਨੇ ਰਾਤ ਸੁੱਤਾ ਨਾ, ਇਹ ਦੇਖਦਾ ਰਿਹਾ ਕਿ ਰਾਣੀ ਨੇ ਸੁਬਾਹ ਜਾਣਾ ਹੈ, ਇਹਨੂੰ ਦੇਖੂੰਗਾ ਕਿੱਥੇ ਜਾਂਦੀ ਹੈ।
उस समय राणा वाहिगुरु राजे ने रात जदों सुत्ता ना राजा ते राणी अमृत वेले उठ के इशनान करके जद तुरी ते इन्हें राजे हरिचंद ने भी गुरमुखों पिछा किया, हौली हौली मगर तुरया गया। जद तारा राणी साधुआं की संगत दे विच चले गई, अपनियां खड़ावां ला लियां ते गुरमुखों ये राजा हरिचंद एक खड़ाम चक लिया। जद एक खड़ाम चक लिया तारा राणी दी, आण के अपने महलों दे विच खड़ाम रख दिती। जद कीर्तन की समाप्ति होई, तारा राणी उठी अपनियां खड़ावां पा के तुरन लगी अपने महलों वाल नूं। उत्थे गुरमुखों एक खड़ा नहीं हैगी। उस समय तारा राणी ने सारियां संगतां नूं दस्सिया, साधुआं महंतां संतां नूं दस्सिया भी मेरी खड़ा कोई चक के लै गया। गुरमुखों साधुआं संतां ने अरदास कीती, संगतां ने रल के अरदास कीती, बिरथी कदे ना होवई जन की अरदास। गुरमुखों जदों साधु संत महात्मा अरदास करते ने ते परमात्मा अपने भगतां दी अपने जनां दी फिर अरदास सुनदा ते गुरमुखों जो भी फल चाहिदा होवे वो फल सानू प्राप्त हो जाता है। बोलो सतनाम श्री वाहिगुरु। जद अरदास होई ते राणी दी गुरमुखों वो खड़ा चल के ते महलों दे विचों उत्थे पहुँच गई। बोलो सतनाम श्री वाहिगुरु। जद खड़ा उत्थे चले गई, तारा राणी ने खड़ा पाई, दोनों खड़ावां पाईयां ने ते तारा राणी अपने महलों विच आ गई। जद गुरमुखों दिन चढ़िया ते राजा हरिचंद कहंदा आपां किते रिश्तेदारी दे विच जाना है, तू इस तरह कर राणीए तैयारी कर, पर खड़ावां ओह पाउणियां ने जिहड़ियां खड़ावां मैं तैनूं लिया के दित्तियां सन। राणी कहंदी ठीक है जी। राणी ने तैयारी कीती है, खड़ावां पाईयां ने ते राजा की देखदा भी ये तां खड़ावां उही ने, ये तां खड़ा मैं एक चक के लियांदी, ये तां उही खड़ावां पाईयां ने राणी ने। राजे ने जिथे खड़ाव रखी सी, जद खड़ाव वेखी ते उत्थे खड़ा है नहीं। राजा परेशान हो गया, हैरान हो गया भी ये की भाणा वरत गया, मैं तो खड़ाम लिया के रखी सी, ये की गल बन गई। क्योंकि ये तो गुरमुखो भजन सिमरन का प्रताप है। जिन्ना भी परमात्मा के नेड़े होवांगे, जे एक कदम परमात्मा वाल नूं जावांगे तो गुरमुखो परमात्मा हज़ारां कदम अपने वाल चल के आउंदा। बोलो सतनाम श्री वाहिगुरु। पर भरोसा होवे, जे भरोसा हो गया तो गुरमुखो भरोसे दे बेड़े पार ने। सज्जन सच्चा पातशाह सिर शाहां दे शाहो, जिस पास बैठिया सोहीए सबना दा वसाहो। गुरमुखो ओह सज्जन सच्चा है। आम संसारी लोगों नूं सज्जन बनाई फिरदे हाँ आपां, पर नहीं, असली सज्जन वो है सज्जन सच्चा पातशाह सिर शाहां दे शाहो। वो शाहां दा शाह है, जिस पास बैठिया सोहीए। गुरमुखो ओहदे पास बैठिया, ओहदे कोल बैठिया सोहणे लगीदा, क्योंकि ओहदे पास बैठिया साडी संसार भी सिफत करता है। जिस पास बैठिया सोईए सबना दा वसाहो। गुरमुखो वसाहो दा भाव भरोसा, क्योंकि जिन्हें परमात्मा दे भरोसा कर लिया उन्होंने फिर कोई घाटा नहीं रहिंदा। राजे दा गुरमुखो प्यारिओ हंकार लथ गया, राजे दा मान लथ गया कि मैं तो एवें शक करदा रहा, ये तो उत्थे साधुआं संतां दी संगत करके आउंदी भजन सिमरन करदी आ। राजे ने फिर कहा कि राणीए मेरे कोलों भुल हो गई है, तू इस तरह कर, जिहड़े साधुआं संतां दे तू दर्शन करदी आ उन्हां दा दर्शन एक बारी मैनूं भी करवा। बोलो सतनाम श्री वाहिगुरु। गुरमुखो आप तरे सगले कुल तारे, हर दरगे पत सिउं जाएदा। जिहड़ा आप तर जांदा ना साधुआं संतां दे महापुरुषां दे लड़ ला के, गुरु ग्रंथ साहिब दे लड़ ला के, गुरमुखो वो अपने कई कुलां तार लैंदा है। राणी ने राजे नूं भी तार दिता, क्यों राजा तो अगे धर्मी सीगा, पर राजा को शंका कर बैठा, पर परमात्मा ने वह भी राजे का शंका दूर कर दिता। बोलो सतनाम श्री वाहिगुरु। फिर राणी ने उन्होंने साधुआं संतां नूं अपने घर बुलाया तो गुरमुखो राजा जिहड़ा उन्हें बहुत वड्डा जग किया ते ढह के साधुआं संतां दे चरनी पै गया ते रब दी भगती वाल नूं तुरिया। बोलो सतनाम श्री वाहिगुरु। उस समय गुरमुखो राजा इंद्र इन्हें नारद मुनि जी नूं फिर घल्लिया। नारद मुनि ने बड़ा जस सुनिया, जाके दसिया
ਵੀ ਰਾਜੇ ਹਰੀਚੰਦ ਦਾ ਅੱਗੇ ਨਾਲੋਂ ਵੀ ਬਹੁਤ ਜਸ ਵੱਧ ਗਿਆ ਹੈ। ਰਾਜਾ ਇੰਦਰ ਜਿਹੜਾ ਇਹ ਬੜਾ ਘਬਰਾਇਆ ਹੋਇਆ ਗੁਰਮੁਖੋ ਬੈਠਾ ਹੈ। ਉਸ ਸਮੇਂ ਵਿਸ਼ਵਾਮਿੱਤਰ ਜੀ ਇਹਦੇ ਕੋਲ ਆਏ ਨੇ। ਵਿਸ਼ਵਾਮਿੱਤਰ ਜੀ ਨੇ ਇਹਨੂੰ ਕਿਹਾ ਰਾਜੇ ਇੰਦਰ ਨੂੰ, ਕਹਿੰਦਾ ਇੰਦਰ ਤੈਨੂੰ ਕੀ ਗੱਲ ਹੋ ਗਈ ਭਾਈ, ਤੂੰ ਤਾਂ ਬਹੁਤ ਘਬਰਾਇਆ ਹੋਇਆ ਹੈ, ਤੇਰਾ ਤਾਂ ਰੰਗ ਕਾਲਾ ਹੋ ਗਿਆ ਹੈ, ਤੈਨੂੰ ਕੋਈ ਸੁੱਝ ਔੜ ਨਹੀਂ ਰਹੀ, ਤੈਨੂੰ ਤਾਂ ਕੋਈ ਗੱਲ ਨਹੀਂ ਆ ਰਹੀ। ਰਾਜਾ ਇੰਦਰ ਕਹਿੰਦਾ ਮੈਂ ਤੈਨੂੰ ਸੱਚ ਦੀ ਗੱਲ ਆਪਣੇ ਦਿਲ ਦੀ ਦੱਸਦਾ ਹਾਂ ਵਿਸ਼ਵਾਮਿੱਤਰ ਜੀ। ਮਾਤ ਲੋਕ ਦੇ ਵਿੱਚ ਇੱਕ ਰਾਜਾ ਹੈ ਹਰੀਚੰਦ, ਜਿਹਦਾ ਬਹੁਤ ਵੱਡਾ ਜਸ ਹੈ, ਜਿਹਦੀਆਂ ਸੰਗਤਾਂ ਬਹੁਤ ਜਸ ਗਾਉਂਦੀਆਂ ਹਨ। ਧਰਮੀ ਰਾਜਾ ਹੈ, ਬਹੁਤ ਦਾਨ ਪੁੰਨ ਕਰਦਾ ਹੈ। ਮੈਨੂੰ ਇਹ ਫਿਕਰ ਪੈ ਗਿਆ ਹੈ ਕਿ ਕਿਤੇ ਮੇਰੀ ਗੱਦੀ ਦਾ ਮਾਲਕ ਨਾ ਬਣ ਜਾਵੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਅੱਜ ਵੀ ਆਪਾਂ ਗੱਦੀਆਂ ਬਦਲੇ ਲੜ ਮਰਨ ਰਹੇ ਹਾਂ। ਉਦੋਂ ਵੀ ਗੁਰਮੁਖੋ ਇਹ ਹੈ ਸੀਗਾ, ਕਿਉਂਕਿ ਜੇ ਚੰਗੇ ਲੋਕ ਸੀਗੇ ਤਾਂ ਮਾੜੇ ਵੀ ਹੈਗੇ ਸਨ ਉਸ ਸਮੇਂ ਲੋਕ। ਇਹ ਗੁਰਮੁਖੋ ਰਾਜੇ ਇੰਦਰ ਨੂੰ ਤਾਂ ਫਿਕਰ ਪੈ ਗਿਆ, ਪਰ ਵਿਸ਼ਵਾਮਿੱਤਰ ਜੀ ਕਹਿੰਦੇ ਰਾਜਨ ਤੂੰ ਫਿਕਰ ਨਾ ਕਰ। ਰਾਜਾ ਇੰਦਰ ਜੀ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ, ਇਹ ਤਾਂ ਨਿੱਕਾ ਜਿਹਾ ਕੰਮ ਹੈ, ਇਹ ਤਾਂ ਕੰਮ ਸਾਡੇ ਵੱਸ ਦੀ ਗੱਲ ਹੈ, ਆਪਾਂ ਕਰ ਸਕਦੇ ਹਾਂ, ਤੁਸੀਂ ਪਰਵਾਹ ਨਾ ਕਰੋ ਕਿਸੇ ਗੱਲ ਦੀ। ਜਦ ਵਿਸ਼ਵਾਮਿੱਤਰ ਜੀ ਮਾਤ ਲੋਕ ਦੇ ਵਿੱਚ ਆਏ ਨੇ ਤੇ ਵਿਸ਼ਵਾਮਿੱਤਰ ਜੀ ਜਦ ਰਾਜੇ ਹਰੀਚੰਦ ਕੋਲ ਆਏ ਨੇ, ਦਵਾਰਪਾਲ ਜੀ ਨੂੰ ਗੇਟ ਤੇ ਗਿਆ ਕਿ ਅਸੀਂ ਰਾਜੇ ਹਰੀਚੰਦ ਨੂੰ ਮਿਲਣਾ। ਦਵਾਰਪਾਲ ਨੇ ਰਾਜੇ ਹਰੀਚੰਦ ਨੂੰ ਸੁਨੇਹਾ ਦਿੱਤਾ ਹੈ ਤੇ ਰਾਜਾ ਹਰੀਚੰਦ ਐਡਾ ਧਰਮੀ ਰਾਜਾ ਆਪਣਾ ਸਿੰਘਾਸਣ ਛੱਡ ਕੇ ਤੇ ਵਿਸ਼ਵਾਮਿੱਤਰ ਜੀ ਨੂੰ ਗੇਟ 'ਚੋਂ ਲੈਣ ਆਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ ਅੱਜ ਦੇ ਵੀ ਰਾਜੇ ਹੈ ਨੇ, ਕੋ ਮਾੜੀ ਜੀ ਨਿੱਕੀ ਮੋਟੀ ਚੌਧਰ ਮਿਲ ਜਾਵੇ ਤੇ ਆਪਾਂ ਕਿਸੇ ਨੂੰ ਕਵਾਉਂਦੇ ਨਹੀਂ, ਸਾਡਾ ਹੰਕਾਰ ਨਹੀਂ ਜਾਂਦਾ। ਪਰ ਉਹ ਰੱਬ ਦਾ ਪਿਆਰਾ ਸੀ ਰਾਜਾ ਹਰੀਚੰਦ, ਜਿਹੜਾ ਬਹੁਤ ਵੱਡਾ ਦਾਨੀ ਸੀ। ਉਹਨੇ ਗੁਰਮੁਖੋ ਐਡੇ ਰਾਜ ਭਾਗ ਹੁੰਦਿਆਂ ਵੀ ਹੰਕਾਰ ਨਾ ਕੀਤਾ। ਉਹ ਵੇਖੋ ਵਿਸ਼ਵਾਮਿੱਤਰ ਜੀ ਨੂੰ ਗੇਟ ਤੋਂ ਲੈਣ ਆਏ, ਜਦ ਲੈ ਕੇ ਗਏ ਨੇ ਆਪਣੇ ਬਰਾਬਰ ਤੇ ਸਾਹਮਣੇ ਭਾਲ ਲਿਆ ਹੈ। ਕਹਿੰਦੇ ਵਿਸ਼ਵਾਮਿੱਤਰ ਜੀ ਕੋਈ ਸੇਵਾ ਦੱਸੋ, ਅਸੀਂ ਕੀ ਸੇਵਾ ਕਰ ਸਕਦੇ ਹਾਂ ਤੁਹਾਡੀ। ਤੇ ਵਿਸ਼ਵਾਮਿੱਤਰ ਜੀ ਕਹਿੰਦੇ ਸੇਵਾ ਤਾਂ ਜੇ ਅਸੀਂ ਤੁਹਾਨੂੰ ਦੱਸ ਦਿੱਤੀ ਰਾਜਨ, ਤੁਸੀਂ ਉਹ ਸੇਵਾ ਕਰ ਨਹੀਂ ਸਕਦੇ। ਰਾਜਾ ਕਹਿੰਦਾ ਇੱਕ ਵਾਰ ਤੁਸੀਂ ਮੈਨੂੰ ਸੇਵਾ ਦੱਸੋ, ਜਿਹੜੀ ਸੇਵਾ ਦੱਸੋਗੇ ਅਸੀਂ ਉਹੋ ਹੀ ਕਰਨ ਨੂੰ ਤਿਆਰ ਹਾਂ। ਰਾਜੇ ਹਰੀਚੰਦ ਨੂੰ ਵਿਸ਼ਵਾਮਿੱਤਰ ਜੀ ਕਹਿੰਦੇ ਭਾਈ ਅਸੀਂ ਤਾਂ ਚਾਹੁੰਦੇ ਹਾਂ ਜਿਹੜੇ ਰਾਜ ਗੱਦੀ ਦੇ ਉੱਤੇ ਤੂੰ ਬੈਠਾ ਹੈ ਉਹ ਰਾਜ ਗੱਦੀ ਸਾਨੂੰ ਦੇ ਦੇ, ਅਸੀਂ 3-4 ਮਹੀਨੇ ਵਾਸਤੇ ਇਸ ਗੱਦੀ ਤੇ ਬੈਠ ਕੇ ਰਾਜ ਕਰਨਾ ਚਾਹੁੰਦੇ ਹਾਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਰਾਜੇ ਹਰੀਚੰਦ ਨੇ ਗੁਰਮੁਖੋ ਰਾਜ ਗੱਦੀ ਛੱਡ ਦਿੱਤੀ, ਵਿਸ਼ਵਾਮਿੱਤਰ ਜੀ ਨੂੰ ਰਾਜ ਗੱਦੀ ਤੇ ਭਾਲ ਦਿੱਤਾ। ਵਿਸ਼ਵਾਮਿੱਤਰ ਜੀ ਜਦ ਰਾਜ ਗੱਦੀ ਤੇ ਬੈਠ ਗਏ ਨੇ ਤੇ ਰਾਜਾ ਹਰੀਚੰਦ ਕਹਿੰਦਾ ਅਸੀਂ ਹੁਣ ਤੁਹਾਨੂੰ ਦਾਨ ਦਰਸ਼ਨਾਂ ਦੇਵਾਂਗੇ। ਗੁਰਮੁਖੋ ਉਸ ਸਮੇਂ ਰਾਜਾ ਹਰੀਚੰਦ ਜਦ ਆਪਣੇ ਖਜ਼ਾਨੇ 'ਚੋਂ ਮਾਇਆ ਕੱਢਣ ਲੱਗਾ ਤੇ ਵਿਸ਼ਵਾਮਿੱਤਰ ਜੀ ਕਹਿੰਦੇ ਇਹ ਖਜ਼ਾਨਾ ਹੁਣ ਰਾਜਾ ਹਰੀਚੰਦ ਤੇਰਾ ਨਹੀਂ ਹੈ, ਇਹ ਖਜ਼ਾਨਾ ਤਾਂ ਸਾਡਾ ਹੈ, ਕਿਉਂਕਿ ਰਾਜ ਭਾਗ ਦੇ ਮਾਲਕ ਅਸੀਂ ਹਾਂ। ਤੂੰ ਹੁਣ ਕੱਲ੍ਹ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਦੇਸ਼ ਵਿੱਚੋਂ ਇਸ ਇਲਾਕੇ ਵਿੱਚੋਂ ਚਲਿਆ ਜਾ, ਕਿਉਂਕਿ ਜਦੋਂ ਤੇਰੇ ਕੋਲ ਦਾਨ ਦਰਸ਼ਨਾ ਹੋਊਗੀ ਉਦੋਂ ਦਾਨ ਦਰਸ਼ਨਾ ਲੈ ਕੇ ਆ ਜੀ, ਸਾਨੂੰ ਦਾਨ ਦਰਸ਼ਨਾ ਦੇ ਜਵੀਂ। ਰਾਜਾ ਹਰੀਚੰਦ ਗੁਰਮੁਖੋ ਆਪਣੀ ਰਾਣੀ ਨੂੰ ਲੈ ਕੇ, ਤਾਰਾ ਰਾਣੀ ਨੂੰ ਆਪਣੇ ਪੁੱਤਰ ਨੂੰ ਲੈ ਕੇ ਤੇ ਉਸ ਦੇਸ਼ ਵਿੱਚੋਂ ਚਲਿਆ ਗਿਆ। ਜਦ ਉਸ ਦੇਸ਼ ਵਿੱਚੋਂ ਚਲਿਆ ਗਿਆ ਆਪਣਾ ਦਿਹਾੜੀ ਦੱਪਾ ਕਰਦਾ, ਗਰੀਬੀ ਦਾ ਵਾ ਆ ਗਿਆ, ਕੰਮ ਕਾਰ ਕਰਦਾ, ਆਪਣਾ ਝੱਟ ਨਗਾਉਂਦਾ। ਗੁਰਮੁਖੋ ਪਰਮਾਤਮਾ ਜਿਹੜਾ ਆਪਣੇ ਭਗਤਾਂ ਦੀ ਬੜੀ ਪਰਖ ਕਰਦਾ, ਲਾ ਕਸਵੱਟੀਆਂ ਪਰਖਦਾ ਏ ਭਗਤਾਂ ਪਿਆਰਿਆਂ ਨੂੰ, ਕਦੀ ਦੇਗਾਂ ਦੇ ਵਿੱਚ ਉਬਾਲਦਾ ਏ, ਕਦੇ ਸਿਰਾਂ ਤੇ ਜਲਾਉਂਦਾ ਯਾਰਿਆਂ ਨੂੰ। ਮਨਾ ਮੇਰਿਆ ਕਾਤੋਂ ਡੋਲਦਾ ਏ, ਉਹ ਤਾਂ ਪਰਖਦਾ ਏ ਭਗਤਾਂ ਪਿਆਰਿਆਂ ਨੂੰ। ਉਹ ਗੁਰਮੁਖੋ ਕਸਵੱਟੀਆਂ ਲਾ ਕੇ ਪਰਖਦਾ ਹੈ, ਪਰ ਜਿਹੜਾ ਵੀ ਉਹਦੀ ਪਰਖ ਦੇ ਵਿੱਚ ਪਾਸ ਹੋ ਗਿਆ ਉਹ ਫਿਰ ਗੁਰਮੁਖੋ ਸਦਾ ਹੀ ਸੁੱਖ ਮਾਣਦਾ ਹੈ, ਸਦਾ ਹੀ ਸੁੱਖ ਮਾਣਦਾ ਹੈ ਤੇ ਸੱਚਖੰਡ ਦਾ ਵਾਸੀ ਬਣਦਾ ਹੈ। ਰਾਜਾ ਹਰੀਚੰਦ ਜਦ ਦਿਹਾੜੀ ਦੱਪਾ ਕਰਦਾ
ਤੇ ਗੁਰਮੁਖੋ ਵਿਸ਼ਵਾਮਿੱਤਰ ਜੀ ਇੱਕ ਦਿਨ ਉਹਦੇ ਕੋਲ ਗਏ ਨੇ, ਰਾਜੇ ਹਰੀ ਚੰਦ ਦੇ ਕੋਲ। ਕਹਿੰਦੇ ਭਾਈ ਇਸ ਤਰ੍ਹਾਂ ਕਰ, ਤੂੰ ਸਾਨੂੰ ਕਿਹਾ ਸੀ ਕਿ ਤੈਨੂੰ ਦਾਨ ਦਰਸ਼ਨਾ ਦੇਵਾਂਗੇ, ਪਰ ਤੂੰ ਸਾਨੂੰ ਦਾਨ ਦਰਸ਼ਨਾ ਨਹੀਂ ਦਿੱਤੀ। ਸਾਨੂੰ ਦਾਨ ਦਰਸ਼ਨਾ ਦੇ ਜ਼ਰੂਰ, ਕਿਉਂਕਿ ਪਰਖ ਕਰਦੇ ਸੀ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਜਵਾਬ ਦੇਵੇ। ਤੇ ਕਿਉਂਕਿ ਜਿਹੜੀ ਇਹਦੀ ਸੇਵਾ ਕੀਤੀ ਹੈ, ਜਿਹੜਾ ਇੰਨਾ ਸੰਗਤਾਂ ਦੇ ਨਾਲ ਧਰਮ ਕਮਾਇਆ ਹੈ, ਇਹ ਉਸ ਗੱਲ ਦੇ ਵਿੱਚ ਫੇਲ ਹੋ ਜਾਵੇ ਤੇ ਪਰਮਾਤਮਾ ਦੀ ਨਜ਼ਰਾਂ ਦੇ ਵਿੱਚੋਂ ਗਿਰ ਜਾਵੇ। ਕਿਉਂਕਿ ਗੁਰਮੁਖੋ ਕਈ ਤੇ ਰੱਬ ਦੇ ਨਾਲ ਜੋੜਨ ਵਾਲੇ ਹੁੰਦੇ ਨੇ ਤੇ ਕਈ ਰੱਬ ਨਾਲੋਂ ਤੋੜਨ ਵਾਲੇ ਵੀ ਹੁੰਦੇ ਨੇ। ਸੰਸਾਰ ਤੇ ਸਾਰੇ ਤਰ੍ਹਾਂ ਦੇ ਲੋਕ ਹੈਗੇ ਨੇ। ਇਹ ਗੁਰਮੁਖੋ ਰਾਜਾ ਹਰੀ ਚੰਦ ਜੀ ਕਹਿੰਦੇ ਨੇ, ਕਹਿੰਦੇ ਵਿਸ਼ਵਾਮਿੱਤਰ ਜੀ ਹੁਣ ਤਾਂ ਸਾਡੇ ਕੋਲ ਕੁਛ ਨਹੀਂ ਇਸ ਸਮੇਂ, ਪਰ ਇਹ ਆ ਅਸੀਂ ਤੁਹਾਨੂੰ ਦਾਨ ਦਰਸ਼ਨਾ ਜ਼ਰੂਰ ਦੇਵਾਂਗੇ। ਗੁਰਮੁਖੋ ਵਿਸ਼ਵਾਮਿੱਤਰ ਜੀ ਕਹਿੰਦੇ 1 ਮਹੀਨੇ ਦੇ ਵਿੱਚ ਸਾਨੂੰ ਦਾਨ ਦਰਸ਼ਨਾ ਲੈ ਕੇ ਸਾਡੇ ਕੋਲੋਂ ਆਓ, ਸਾਨੂੰ ਦਾਨ ਦਰਸ਼ਨਾ ਦਿਓ। ਰਾਜਾ ਹਰੀ ਚੰਦ ਜਿਹਨੇ ਉਸ ਇਲਾਕੇ ਦੇ ਵਿੱਚ ਆਪਣੀ ਘਰਦੀ ਨੂੰ ਤੇ ਆਪਣੇ ਪੁੱਤਰ ਨੂੰ ਗੁਰਮੁਖੋ ਵੇਚਣ ਵਾਸਤੇ ਹੋਕਾ ਦਿੱਤਾ ਕਿ ਮੈਂ ਆਪਣੇ ਪੁੱਤਰ ਨੂੰ, ਆਪਣੇ ਘਰ ਵਾਲੀ ਨੂੰ ਵੇਚਣਾ ਚਾਹੁੰਦਾ ਹਾਂ। ਜੇ ਕੋਈ ਹੈ ਇਲਾਕੇ ਦੇ ਵਿੱਚ ਤੇ ਮੇਰੀ ਰਾਣੀ ਨੂੰ ਤੇ ਮੇਰੇ ਪੁੱਤਰ ਨੂੰ ਖਰੀਦ ਲਵੇ। ਗੁਰਮੁਖੋ ਉਸ ਸਮੇਂ ਇੱਕ ਪੰਡਤ ਨੇ ਰਾਣੀ ਨੂੰ ਤੇ ਰਾਜੇ ਦੇ ਪੁੱਤਰ ਨੂੰ ਖਰੀਦ ਲਿਆ। ਜਦ ਖਰੀਦ ਲਿਆ, ਉਹ ਫਿਰ ਦਾਨ ਦਰਸ਼ਨਾ ਗੁਰਮੁਖੋ ਪਿਆਰਿਓ ਵਿਸ਼ਵਾਮਿੱਤਰ ਜੀ ਨੂੰ ਦਿੱਤੀ। ਤੇ ਵਿਸ਼ਵਾਮਿੱਤਰ ਜੀ ਨੇ ਵੇਖਿਆ ਵੀ ਇਹ ਤਾਂ ਆਪਣੇ ਧਰਮ ਤੋਂ ਟੁੱਟ ਨਹੀਂ ਰਿਹਾ। ਫਿਰ ਬੜੀਆਂ ਗੁਰਮੁਖੋ ਬੜੇ ਕੌਤਕ ਰਚਾਏ ਨੇ। ਉਸ ਸਮੇਂ ਰਾਜਾ ਹਰੀ ਚੰਦ ਜਿਹੜਾ, ਇਹਨੂੰ ਗੁਰਮੁਖੋ ਸ਼ਮਸ਼ਾਨ ਘਾਟ ਦੇ ਵਿੱਚ ਚੰਡਾਲ ਦੀ ਨੌਕਰੀ ਮਿਲ ਗਈ। ਜਦ ਚੰਡਾਲ ਦੀ ਨੌਕਰੀ ਮਿਲ ਗਈ ਤੇ ਜਿਹੜੇ ਵੀ ਮੁਰਦੇ ਆਉਣੇ, ਉਹਨਾਂ ਮੁਰਦਿਆਂ ਦੇ ਕੋਲੋਂ ਗੁਰਮੁਖੋ ਪਿਆਰਿਓ ਉਹਨਾਂ ਦੇ ਘਰ ਵਾਲਿਆਂ ਕੋਲ ਪੈਸੇ ਲੈ ਕੇ ਫਿਰ ਉਹ ਮੁਰਦੇ ਦਾ ਸੰਸਕਾਰ ਕਰਨ ਦੇਣਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਸ ਸਮੇਂ ਇਹੋ ਜਿਹੀ ਮਾਇਆ ਵਰਤਾਈ ਗੁਰਮੁਖੋ ਵਿਸ਼ਵਾਮਿੱਤਰ ਜੀ ਨੇ। ਤੇ ਰਾਜੇ ਇੰਦਰ ਨੇ ਇਹ ਹਰੀ ਚੰਦ ਦਾ ਲੜਕਾ ਜਿਹੜਾ ਸੀ, ਇਹਨੂੰ ਗੁਰਮੁਖੋ ਸੱਪ ਲੜ ਗਿਆ। ਜਦ ਸੱਪ ਲੜ ਗਿਆ ਤੇ ਇਹ ਗੁਰਮੁਖੋ ਉਹ ਪੰਡਤ ਦੇ ਘਰ ਰਾਜੇ ਦਾ ਲੜਕਾ ਮਰ ਗਿਆ। ਰਾਜੇ ਦਾ ਲੜਕਾ ਜਦ ਮਰ ਗਿਆ, ਰਾਜੇ ਹਰੀ ਚੰਦ ਦਾ, ਉਸ ਸਮੇਂ ਉਹ ਪੰਡਤ ਦੀ ਵੀ ਇਹੋ ਜਿਹੀ ਬੁੱਧੀ ਬਣਾਤੀ ਵਿਸ਼ਵਾਮਿੱਤਰ ਜੀ ਨੇ ਕਿ ਇਹਨੂੰ ਹੁਣ ਕੋਈ ਪੈਸਾ ਨਾ ਦੇਵੇ। ਰਾਜੇ ਹਰੀ ਚੰਦ ਦੇ ਘਰ ਵਾਲੀ ਨੂੰ, ਤਾਰਾ ਰਾਣੀ ਨੂੰ, ਗੁਰਮੁਖੋ ਰਾਣੀ ਨੇ, ਗੁਰਮੁਖੋ ਤਾਰਾ ਰਾਣੀ ਨੇ ਜਦ ਉਹ ਬ੍ਰਾਹਮਣ ਦੇ ਤਰਲੇ ਕੱਢੇ ਕਿ ਮੈਨੂੰ ਕੋਈ ਪੈਸਾ ਦੇ ਦਿਓ, ਮੈਂ ਪੁੱਤਰ ਦਾ ਸੰਸਕਾਰ ਕਰਨਾ ਹੈ, ਮੈਂ ਪੁੱਤਰ ਦੇ ਉੱਤੇ ਖੱਫਣ ਪਾਉਣਾ ਹੈ, ਪਰ ਉਹ ਵਿਸ਼ਵਾਮਿੱਤਰ ਜੀ ਨੇ ਕੋਈ ਪੈਸਾ ਨਾ ਦਿੱਤਾ। ਗੁਰਮੁਖੋ ਉਸ ਇਲਾਕੇ ਦੇ ਵਿੱਚੋਂ ਵੀ ਪੈਸੇ ਮੰਗਦੀ ਫਿਰਦੀ ਆ ਤਾਰਾ ਰਾਣੀ, ਪਰ ਕਿਸੇ ਨੇ ਪੰਜਾ ਨਾ ਦਿੱਤਾ, ਕੋਈ ਪੈਸਾ ਨਾ ਕਿਸੇ ਨੇ ਦਿੱਤਾ। ਤਾਰਾ ਰਾਣੀ ਬੜੀ ਪਰੇਸ਼ਾਨ ਹੋਈ। ਤਾਰਾ ਰਾਣੀ ਬੜੀ ਰੋਂਦੀ ਕਰਲਾਉਂਦੀ ਆ। ਤਾਰਾ ਰਾਣੀ ਨੇ ਉਸ ਸਮੇਂ ਆਪਣੇ ਪੁੱਤਰ ਨੂੰ ਚੱਕਿਆ ਤੇ ਤਾਰਾ ਰਾਣੀ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚ ਗਈ ਹੈ। ਜਦ ਤਾਰਾ ਰਾਣੀ ਸ਼ਮਸ਼ਾਨ ਘਾਟ ਵਿੱਚ ਜਾਂਦੀ ਹੈ ਤੇ ਤਾਰਾ ਰਾਣੀ ਰਾਜੇ ਹਰੀ ਚੰਦ ਨੂੰ ਕਹਿੰਦੀ, ਆਪਣਾ ਪੁੱਤਰ ਚੜ੍ਹਾਈ ਕਰ ਗਿਆ ਹੈ, ਆਪਣੇ ਪੁੱਤਰ ਨੂੰ ਅਸੀਂ ਹੁਣ ਸੰਸਕਾਰ ਕਰਨਾ ਹੈ ਆਪਣੇ ਪੁੱਤਰ ਦਾ। ਰਾਜਾ ਹਰੀ ਚੰਦ ਰਾਣੀ ਨੂੰ ਕਹਿੰਦਾ ਇੱਥੇ ਸੰਸਕਾਰ ਇਸ ਤਰ੍ਹਾਂ ਨਹੀਂ ਹੋਣਾ, ਪਹਿਲਾਂ ਤੁਹਾਨੂੰ ਕੋਈ ਪੈਸਾ ਦੇਣਾ ਪਊਗਾ, ਇੱਥੇ ਤਾਂ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਨੇ, ਫਿਰ ਸੰਸਕਾਰ ਹੁੰਦਾ ਹੈ। ਰਾਣੀ ਕਹਿੰਦੀ ਆ ਇਸ ਤਰ੍ਹਾਂ ਨਾ ਕਰੋ, ਮੇਰਾ ਤਾਂ ਪੁੱਤਰ ਮਰਿਆ ਪਿਆ, ਤੁਸੀਂ ਪੈਸੇ ਮੰਗਦੇ ਹੋ। ਰਾਜਾ ਕਹਿੰਦਾ ਇਹ ਕੋਈ ਦੇਸ਼ ਦਾ ਕਾਨੂੰਨ ਹੈ, ਮੈਂ ਇੱਕ ਧਰਮ ਕਮਾਉਣਾ ਹਾਂ, ਮੈਂ ਅਧਰਮੀ ਰਾਜਾ ਨਹੀਂ ਹੈ, ਪਰ ਮੈਂ ਜੋ ਕਾਨੂੰਨ ਆ ਉਹ ਕਾਨੂੰਨ ਦੇ ਵਿੱਚ ਖਰਾ ਰਹਿਣਾ ਚਾਹੁੰਦਾ ਹਾਂ, ਮੈਂ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚੋਂ ਗਿਰਨਾ ਨਹੀਂ ਚਾਹੁੰਦਾ। ਇਹ ਰਾਜਾ ਹਰੀ ਚੰਦ ਸੰਸਕਾਰ ਨਹੀਂ ਕਰਦਾ। ਉਧਰੋਂ ਗੁਰਮੁਖੋ ਕੋਈ ਚੋਰ ਚੋਰੀ ਕਰਕੇ ਭੱਜੇ ਆਉਂਦੇ ਨੇ। ਜਦ ਚੋਰ ਚੋਰੀ ਕਰਕੇ ਭੱਜੇ ਆਉਂਦੇ ਨੇ ਤੇ ਚੋਰਾਂ ਨੇ ਸੁੱਖਣਾ ਸੁੱਖੀ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਵੀ ਮੁਰਦੇ ਦਾ ਸੰਸਕਾਰ ਹੋਣਾ ਹੋਊਗਾ ਉਹਦੇ ਵਾਸਤੇ ਦਾਨ ਦਰਸ਼ਨਾ ਅਸੀਂ ਦੇਵਾਂਗੇ, ਤੇ ਪਰਮਾਤਮਾ ਕਿਰਪਾ ਕਰ ਸਾਨੂੰ ਇਸ ਵਾਰ ਤੋਂ ਬਚਾ ਲੈ। ਉਹ ਸਮੇਂ ਗੁਰਮੁਖੋ ਚੋਰ ਜਿਹੜੇ ਆ, ਚੋਰਾਂ ਨੇ ਜਦ ਤਾਰਾ ਰਾਣੀ ਆਪਣੇ ਪੁੱਤਰ ਨੂੰ ਲੈ ਕੇ ਬੈਠੀ ਆ ਤੇ ਚੋਰਾਂ ਨੇ ਉਸੇ ਦਾਨ ਦਰਸ਼ਨਾ ਦਿੱਤੀ, ਸੋਨੇ ਦਾ ਹਾਰ ਰਾਣੀ ਦੇ ਗਲ ਵਿੱਚ ਪਾਤਾ ਤੇ ਚੋਰ ਚਲੇ ਗਏ। ਤੇ ਗੁਰਮੁਖੋ ਰਾਜੇ ਹਰੀ ਚੰਦ ਨੂੰ
ਰਾਣੀ ਕਹਿੰਦੀ ਆ ਹੁਣ ਪੁੱਤਰ ਦਾ ਸੰਸਕਾਰ ਕਰਨਾ ਹੈ। ਰਾਜੇ ਹਰੀ ਚੰਦ ਨੇ ਗੁਰਮੁਖੋ ਪੁੱਤਰ ਦਾ ਸੰਸਕਾਰ ਕੀਤਾ, ਅਥਰੂ ਨਹੀਂ ਸੁੱਟਿਆ। ਤੇ ਗੁਰਮੁਖੋ ਉਸ ਸਮੇਂ ਫਿਰ ਇੱਕ ਮਾਇਆ ਹੋਰ ਵਰਤਾਈ ਵਿਸ਼ਵਾਮਿੱਤਰ ਜੀ ਨੇ। ਵਿਸ਼ਵਾਮਿੱਤਰ ਜੀ ਕਹਿੰਦੇ ਨੇ ਉਸ ਸਮੇਂ ਗੁਰਮੁਖੋ ਰਾਜਾ ਹਰੀ ਚੰਦ ਦੇ ਘਰ ਵਾਲੀ ਤਾਰਾ ਰਾਣੀ ਜਿਹੜੀ ਆ, ਉਦੋਂ ਫਿਰ ਉਧਰੋਂ ਬਾਹਰ ਦੇ ਮਗਰ ਪੁਲਿਸ ਆ ਗਈ ਤੇ ਸਿਪਾਹੀਆਂ ਨੇ ਤਾਰਾ ਰਾਣੀ ਨੂੰ ਫੜ ਲਿਆ। ਜਦ ਉਹਨਾਂ ਪੁੱਛਿਆ ਵੀ ਹਾਰ ਕਿੱਥੋਂ ਲਿਆ ਹੈ, ਤਾਰਾ ਰਾਣੀ ਗੁਰਮੁਖੋ ਉਹ ਹਾਰ ਜਿਹੜਾ ਉਹ ਹਾਰ ਦੇ ਵਿੱਚ ਫੜੀ ਗਈ। ਤਾਰਾ ਰਾਣੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਗੁਰਮੁਖੋ ਤਾਰਾ ਰਾਣੀ ਨੂੰ ਉਸ ਰਾਜੇ ਨੇ ਫਾਂਸੀ ਦੀ ਸਜ਼ਾ ਸੁਣਾਤੀ ਕਿ ਇਹਨੂੰ ਫਾਂਸੀ ਦਿੱਤੀ ਜਾਵੇ। ਗੁਰਮੁਖੋ ਉਸ ਸਮੇਂ ਰਾਜਾ ਜਿਹੜਾ ਸੀਗਾ ਹਰੀ ਚੰਦ, ਰਾਜੇ ਹਰੀ ਚੰਦ ਦੇ ਕੋਲ ਲੈ ਆਏ। ਰਾਜੇ ਹਰੀ ਚੰਦ ਨੇ ਤਲਵਾਰ ਚੱਕੀ ਤੇ ਰਾਜੇ ਹਰੀ ਚੰਦ ਨੇ ਗੁਰਮੁਖੋ ਤਲਵਾਰ ਜਦੋਂ ਤਾਂ ਨੂੰ ਚੱਕੀ ਤਲਵਾਰ ਤੇ ਉਸ ਸਮੇਂ ਗੁਰਮੁਖੋ ਪਰਮੇਸ਼ਰ ਆਪ ਪ੍ਰਗਟ ਹੋ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਦ ਪਰਮੇਸ਼ਰ ਪ੍ਰਗਟ ਹੋ ਗਿਆ ਤੇ ਪਰਮੇਸ਼ਰ ਨੇ ਗੁਰਮੁਖੋ ਜਦ ਦੇਖਿਆ ਰਾਜੇ ਹਰੀ ਚੰਦ ਤੇ ਤਲਵਾਰ ਹਰੀ ਚੰਦ ਦੇ ਹੱਥਾਂ 'ਚੋਂ ਥੱਲੇ ਡਿੱਗ ਪਈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਹਰੀ ਚੰਦ ਪਰਮੇਸ਼ਰ ਦੇ ਦਰਸ਼ਨ ਹੋ ਗਏ ਨੇ। ਰਾਜਾ ਹਰੀ ਚੰਦ ਬੜਾ ਖੁਸ਼ ਹੋਇਆ। ਉੱਥੇ ਵਿਸ਼ਵਾਮਿੱਤਰ ਜੀ ਵੀ ਬੈਠੇ ਨੇ, ਉੱਥੇ ਰਾਜਾ ਇੰਦਰ ਜੀ ਵੀ ਬੈਠੇ ਨੇ, ਉੱਥੇ ਗੁਰਮੁਖੋ ਨਾਰਦ ਮੁਨੀ ਜੀ ਵੀ ਬੈਠੇ ਨੇ। ਫਿਰ ਪਰਮੇਸ਼ਰ ਨੇ ਖੁਸ਼ ਹੋ ਕੇ ਆਖਿਆ ਕਿ ਰਾਜਾ ਹਰੀ ਚੰਦ ਤੇਰੀਆਂ ਸਾਰੀਆਂ ਪਰਖਾਂ ਪੂਰੀਆਂ ਹੋ ਗਈਆਂ ਨੇ, ਤੂੰ ਹੁਣ ਦੱਸ ਕੀ ਚਾਹੁੰਦਾ। ਜਿਹੜੀ ਵੀ ਤੇਰੀ ਮੰਗ ਆ, ਜੋ ਵੀ ਤੂੰ ਮੰਗਣਾ ਚਾਹੁੰਦਾ ਸਾਡੇ ਕੋਲੋਂ ਮੰਗ ਲੈ। ਰਾਜਾ ਹਰੀ ਚੰਦ ਕਹਿੰਦਾ ਮੈਨੂੰ ਹੋਰ ਤਾਂ ਕੁਛ ਨਹੀਂ ਚਾਹੀਦਾ, ਮੈਨੂੰ ਬਸ ਸੱਚਖੰਡ ਚਾਹੀਦਾ ਹੈ, ਮੈਂ ਸੱਚਖੰਡ ਜਾਣਾ ਚਾਹੁੰਦਾ ਹਾਂ। ਰਾਜੇ ਹਰੀ ਚੰਦ ਨੂੰ ਗੁਰਮੁਖੋ ਸੱਚਖੰਡ ਦਾ ਵਾਸੀ ਬਣਾਇਆ ਤੇ ਗੁਰਮੁਖੋ ਸਾਰਾ ਰਾਜ ਭਾਗ ਵੀ ਦਿੱਤਾ। ਤੇ ਰਾਜਾ ਹਰੀ ਚੰਦ ਜਿਹੜਾ ਕਹਿੰਦਾ ਮੇਰੀ ਜਿੰਨੀ ਜਨਤਾ ਹੈ, ਮੇਰੇ ਦੇਸ਼ ਦੇ ਜਿੰਨੇ ਲੋਕ ਹਨ, ਮੈਂ ਸਾਰਿਆਂ ਨੂੰ ਹੀ ਸੱਚਖੰਡ ਦੇ ਵਾਸੀ ਬਣਾਉਣਾ ਚਾਹੁੰਦਾ ਹਾਂ। ਗੁਰਮੁਖੋ ਉਸ ਦੇਸ਼ ਦੇ ਰਾਜੇ ਦੇ ਜਿੰਨੇ ਵੀ ਹੈਗੇ ਸੀ ਸੰਗੀ, ਉਸ ਦੇਸ਼ ਦੇ ਜਿੰਨੇ ਵੀ ਲੋਕ ਸਨ, ਫਿਰ ਰਾਜੇ ਨੇ ਸਾਰਿਆਂ ਨੂੰ ਸਵਰਗਵਾਸੀ ਬਣਾਇਆ। ਗੁਰਮੁਖੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਹੀ ਸੱਚਖੰਡ ਦੇ ਵਾਸੀ ਬਣੇ ਨੇ। ਗੁਰਮੁਖੋ ਰਾਜਾ ਹੋਵੇ ਤਾਂ ਇਹੋ ਜਿਹਾ ਹੋਵੇ ਜਿਹੜਾ ਕਿਉਂਕਿ ਸੰਗਤਾਂ ਨੂੰ ਵੀ ਸੁਖੀ ਰੱਖੇ, ਜਨਤਾ ਦਾ ਰਾਖਾ ਹੋਵੇ। ਕਿਉਂਕਿ ਰਾਜਾ ਤਾਂ ਉਹੀ ਹੁੰਦਾ ਜਿਹੜਾ ਜਨਤਾ ਦਾ ਰਾਖਾ ਹੋਵੇ। ਜਿਹੜਾ ਜਨਤਾ ਨੂੰ ਖਾਣ ਲੱਗ ਪਏ, ਜਨਤਾ ਨੂੰ ਪਰੇਸ਼ਾਨ ਕਰਨ ਲੱਗ ਪਏ, ਉਹਦਾ ਰਾਜ ਬਹੁਤਾ ਚਿਰ ਨਹੀਂ ਚੱਲਦਾ। ਕਿਉਂਕਿ ਜੇ ਰਾਜਾ ਚੰਗਾ ਸੀ ਤੇ ਗੁਰਮੁਖੋ ਉਹਨੂੰ ਰਾਜ ਭਾਗ ਵੀ ਸਾਰਾ ਮਿਲਿਆ ਤੇ ਸੱਚਖੰਡ ਦਾ ਵਾਸੀ ਬਣਿਆ। ਕਿਉਂਕਿ ਗੁਰਮੁਖੋ ਚੰਗਾ ਰਾਜਾ ਹੋਵੇ ਉਹਦਾ ਸਦਾ ਹੀ ਨਾਮ ਲਿਆ ਜਾਂਦਾ ਹੈ। ਅੱਜ ਜੇ ਹਰੀ ਚੰਦ ਰਾਜੇ ਨੇ ਐਡਾ ਵੱਡਾ ਧਰਮ ਕਮਾਇਆ, ਪਰੇਸ਼ਾਨੀ ਕਿਸੇ ਨੂੰ ਕੀਤਾ, ਗਰੀਬਾਂ ਗੁਰਬਿਆਂ ਨੂੰ ਆਪਣੇ ਨਾਲ ਲਾ ਕੇ ਰੱਖਿਆ, ਹਰ ਇੱਕ ਦੀ ਔਖੀ ਸੌਖੀ ਵੇਲੇ ਬਾਂਹ ਫੜੀ, ਤੇ ਗੁਰਮੁਖੋ ਅੱਜ ਰਾਜੇ ਹਰੀ ਚੰਦ ਦਾ ਇਤਿਹਾਸ ਦੇ ਵਿੱਚ ਜੁਗੋ ਜੁਗ ਅਟਲ ਨਾਮ ਰਹਿਣਾ ਹੈ। ਅੱਜ ਵੀ ਉਹਨਾਂ ਦਾ ਆਪਾਂ ਨਾਂ ਲੈ ਰਹੇ ਹਾਂ। ਉਹਨਾਂ ਦਾ ਨਾਂ ਕਿਉਂ ਲੈ ਰਹੇ ਹਾਂ? ਕਿਉਂਕਿ ਉਹਨਾਂ ਚੰਗੇ ਕੰਮ ਕੀਤੇ ਨੇ, ਧਰਮ ਦੇ ਕੰਮ ਕੀਤੇ ਨੇ। ਇਸ ਤਰ੍ਹਾਂ ਗੁਰਮੁਖੋ ਆਪਾਂ ਵੀ ਸਾਰਾ ਕੁਝ ਛੱਡ ਕੇ ਜਿਹੜੀ ਅਸੀਂ ਕੂੜ ਦੀ ਕਮਾਈ ਕਰਦੇ ਹਾਂ, ਗੁਰਮੁਖੋ ਆਪਾਂ ਵੀ ਸੱਚ ਦੀ ਕਮਾਈ ਕਰੀਏ ਤੇ ਪਰਮਾਤਮਾ ਦੇ ਨਾਲ ਜੁੜੀਏ। ਸੱਚ ਕਾਲ ਕੂੜ ਵਰਤਿਆ ਕੱਲ ਕਾਲਖ ਬੇਤਾਲ। ਕਿਉਂਕਿ ਕਲ ਯੁੱਗ ਦਾ ਸਮਾਂ ਹੈ ਗੁਰਮੁਖੋ, ਇੱਥੇ ਤਾਂ ਸਾਰਾ ਕਾਲ ਹੀ ਕੂੜ ਹੀ ਵਰਤ ਗਿਆ ਹੈ। ਕਿਉਂਕਿ ਆਪਾਂ ਉਸ ਕੂੜ ਵੱਲ ਨਾ ਜਾਈਏ, ਆਪਾਂ ਤੇ ਪਰਮਾਤਮਾ ਦੀ ਰੱਬ ਦੀ ਬਾਣੀ ਵੱਲ ਜੁੜੀਏ। ਕਿਉਂਕਿ ਜਿਹਨੂੰ ਸੰਸਾਰ ਦੇ ਵਿੱਚ 10 ਜਾਮਿਆਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਐਡੀ ਵੱਡੀ ਪਦਵੀ ਦਿੱਤੀ 10ਵੇਂ ਪਾਤਸ਼ਾਹ ਨੇ ਕਿ ਜਿਹੜਾ ਵੀ ਇਹਨੂੰ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੂਗਾ ਉਹਦਾ ਹੀ ਭਲਾ ਹੋ ਜਾਊਗਾ, ਉਹ ਸੱਚਖੰਡ ਦਾ ਵਾਸੀ ਬਣੂਗਾ। ਕਿਉਂਕਿ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਪ੍ਰਗਟ ਕਰਕੇ, ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੀਏ। ਕਿਉਂਕਿ ਕਲਯੁੱਗ ਦੇ ਸਮੇਂ ਦੇ ਵਿੱਚ ਸੰਸਾਰ ਦਾ ਭਲਾ ਕਰਨ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇੰਨੀਆਂ ਬੇਨਤੀਆਂ ਕਰਦਾ ਅਰਦਾਸ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।